ਨਿਤਾ ਪ੍ਰਤੀ ਗੁਰ ਸ਼ਬਦ ਦੀ ਵਿਚਾਰ, ਗੁਰ ਸ਼ਬਦ ਦੇ ਰਸ ਭਿੰਨੇ ਕੀਰਤਨ ਦੇ ਨਾਲ ਜੁੜਦੇ ਹਾਂ। ਲੜੀਵਾਰ ਵਿਚਾਰ ਆਸਾ ਦੀ ਵਾਰ ਦੀ ਅਸੀਂ ਸਰਵਣ ਕਰ ਰਹੇ ਹਾਂ, ਜਿਹਦੇ ਵਿੱਚੋਂ ਕੱਲ ਅਸੀਂ 18ਵੀਂ ਪੌੜੀ ਦੇ ਨਾਲ ਲੱਗਦੇ 2 ਸ਼ਲੋਕਾਂ ਦੀ ਵਿਚਾਰ ਕੀਤੀ ਸੀ ਤੇ ਹੁਣ ਤੀਸਰਾ ਸ਼ਲੋਕ ਤੇ ਇਹ ਅੱਜ ਦੀ 18ਵੀਂ ਪੌੜੀ ਇਹਦੀ ਵਿਚਾਰ ਕਰਨੀ ਹੈ। ਗੁਰੂ ਸਾਹਿਬ ਰਹਿਮਤ ਕਰਨ ਆਪਣੇ ਸੇਵਕ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੀ ਇਹ ਵਿਚਾਰ ਆਪ ਕਰਵਾ ਲੈਣ। ਆਓ ਗੁਰੂ ਪਾਸੋਂ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਰੀ ਸੰਗਤ ਅਸੀਸ ਪ੍ਰਾਪਤ ਕਰੀਏ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੱਲ੍ਹ ਦੇ ਸ਼ਲੋਕਾਂ ਅੰਦਰ ਸਾਨੂੰ ਸਮਝਾਉਣਾ ਕੀਤਾ ਸੀ ਕਿ ਇਸ ਸੰਸਾਰ ਦੇ ਉੱਤੇ ਜੇ ਸੂਤਕ ਮੰਨਿਆ ਜਾਏ, ਜੇ ਪਾਤਕ ਮੰਨਿਆ ਜਾਏ ਤੇ ਫਿਰ ਸਾਰੇ ਸੰਸਾਰ ਦੇ ਉੱਤੇ ਇਹ ਸੂਤ ਸਾਤ ਦਾ, ਇਹ ਪਾਤਕ ਦਾ ਜਿਹੜਾ ਪਸਾਰਾ ਹੈ, ਕਿਉਂਕਿ ਸਾਰੀ ਧਰਤੀ ਦੇ ਉੱਤੇ ਜੀਵ ਜੰਮਦੇ ਨੇ, ਮਰਦੇ ਨੇ, ਤੇ ਜੇ ਜੰਮਣ ਮਰਨ ਦੇ ਨਾਲ ਸੂਤਕ ਆ ਜਾਂਦਾ, ਪਾਤਕ ਆ ਜਾਂਦਾ, ਤੇ ਫਿਰ ਇਸ ਧਰਤੀ ਦੇ ਉੱਤੇ ਹਰ ਕੋਨੇ ਦੇ ਅੰਦਰ ਸੂਤਕ ਤੇ ਪਾਤਕ ਹੈ। ਤੇ ਦੂਸਰੀ ਗੱਲ ਸਮਝਾਈ ਸੀ ਕਿ ਜਦੋਂ ਪੰਡਤ ਨੇ, ਬ੍ਰਾਹਮਣ ਨੇ ਆਣ ਕੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਫਿਰ ਇਹ ਸੂਤਕ ਜੇ ਸਾਰੀ ਧਰਤੀ ਤੇ ਹੈ, ਸਮਝਾਉਣਾ ਕਰੋ, ਫਿਰ ਇਹਨੂੰ ਦੂਰ ਕਿੱਦਾਂ ਕੀਤਾ ਜਾ ਸਕਦਾ। ਤੇ ਗੁਰੂ ਸਾਹਿਬ ਨੇ ਆਖਿਆ ਸੀ ਸਭ ਤੋਂ ਪਹਿਲਾਂ ਤੇ ਮਨ ਵਿੱਚੋਂ ਕੱਢ, ਕਿਉਂਕਿ ਮਨ ਕਾ ਸੂਤਕ ਲੋਭ ਹੈ। ਜਿਹੜਾ ਤੇਰੇ ਮਨ ਅੰਦਰ ਲੋਭ ਵਸਿਆ, ਸਭ ਤੋਂ ਵੱਡਾ ਸੂਤਕ ਤੇ ਇਹ ਹੈ। ਲੋਭ ਵਿੱਚ ਆ ਕੇ, ਲਾਲਚ ਵਿੱਚ ਆ ਕੇ ਤੂੰ ਧਰਮੀ ਪੁਰਖ ਹੋ ਕੇ ਵੀ, ਆਗੂ ਹੋ ਕੇ ਵੀ ਲੋਕਾਂ ਨੂੰ ਕਰਾਹੇ ਪਾਉਣਾ। ਤੇ ਗੁਰੂ ਸਾਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਹੇ ਭਾਈ, ਐਸੇ ਸੂਤਕ ਨੂੰ ਕੇਵਲ ਗਿਆਨ ਖਤਮ ਕਰ ਸਕਦਾ ਜੇ ਤੂੰ ਗਿਆਨ ਹਾਸਲ ਕਰ ਲੈ। ਜਦੋਂ ਗਿਆਨ ਹਾਸਲ ਕਰੇਗਾ ਨਾ, ਤੇ ਫਿਰ ਸਮਝ ਆਵੇਗੀ ਕਿ ਇਸ ਧਰਤੀ ਦੇ ਉੱਤੇ ਉਸ ਰੱਬ ਦੀ ਬੰਦਗੀ ਕਰਨੀ ਹੈ, ਨਾਮ ਜਪਣਾ ਹੈ। ਫਿਰ ਤੇ ਸਮਝ ਆ ਜਾਵੇਗੀ ਨਾ, ਜਦੋਂ ਅੰਮ੍ਰਿਤ ਵੇਲੇ ਅਸੀਂ ਨਿਤਨੇਮ ਦੀਆਂ ਬਾਣੀਆਂ ਪੜ੍ਹਦੇ ਹਾਂ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਸੁਚੇਤ ਕਰਦੇ ਨੇ ਕਿ ਹੇ ਸਰਵਣੋ, ਹੇ ਮੇਰੇ ਕੰਨੋ, ਤੁਹਾਨੂੰ ਪਰਮਾਤਮਾ ਨੇ ਚੁਗਲੀਆਂ ਸੁਣਨ ਵਾਸਤੇ ਨਹੀਂ ਲਾਇਆ, ਕਿਸੇ ਦੀ ਨਿੰਦਿਆ ਕਰਨ ਵਾਸਤੇ, ਨਿੰਦਿਆ ਸੁਣਨ ਵਾਸਤੇ ਨਹੀਂ ਲਾਇਆ। ਤੁਹਾਨੂੰ ਤੋਂ ਲਾਇਆ ਇਹ ਸਰਵਣੋ ਮੇਰਿਓ, ਸਾਚੈ ਸੁਣਨੇ ਨੂੰ ਪਠਾਏ। ਇਹ ਫਿਰ ਸਮਝ ਆਏਗੀ ਗਿਆਨ ਦੇ ਸਹਾਰੇ ਦੇ ਨਾਲ। ਫਿਰ ਇਹ ਸਮਝ ਆਵੇਗੀ, ਹੇ ਅੱਖੋ, ਇਹਨਾਂ ਦੇ ਨਾਲ ਪਰਾਇਆ ਧਨ, ਪਰਾਏ ਮਾਲ ਨੂੰ, ਪਰਾਈ ਇਸਤਰੀ ਨੂੰ ਨਹੀਂ ਤੱਕਣਾ। ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਫਿਰ ਤੇ ਸਮਝ ਆਵੇਗੀ ਨਾ। ਗੁਰੂ ਨਾਨਕ ਪਾਤਸ਼ਾਹ ਜੀ ਕੱਲ੍ਹ ਆਖਦੇ ਸਨ ਕਿ ਇਹ ਗਿਆਨ ਦੇ ਨਾਲ, ਇਹ ਜਿਹੜਾ ਲੋਭ ਹੈ, ਇਹ ਲਾਲਚ ਹੈ, ਇਹ ਜਿਹੜਾ ਰਸ ਹੈ ਨਾ ਜ਼ਬਾਨ ਦਾ, ਇਸ ਧਰਤੀ ਦੇ ਉੱਤੇ ਇਹਨਾਂ ਅੱਖਾਂ ਦੇ ਨਾਲ ਜਦੋਂ ਤੂੰ ਪਰਾਇਆ ਧਨ ਤੱਕਦਾ, ਫਿਰ ਇਹ ਬਾਣੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਪੜ੍ਹ ਲਈ, ਇਹ ਸਮਝਾ ਦੇਗਾ ਕਿ ਇਹ ਜਿਹੜਾ ਲਾਲਚ ਹੈ, ਇਹ ਜਿਹੜਾ ਲੋਭ ਹੈ ਨਾ, ਇਹ ਫਿਰ ਖਤਮ ਹੋਏਗਾ ਜੇ ਤੂੰ ਗਿਆਨ ਹਾਸਲ ਕਰੇਗਾ। ਤੇ ਗਿਆਨ ਤੇ ਗੁਰੂ ਦਾ ਗਿਆਨ ਤੇ ਇਹ ਗੱਲ ਆਖਦਾ ਕਿ ਭਾਈ ਇਹਨਾਂ ਅੱਖਾਂ ਦੇ ਨਾਲ ਤੂੰ ਤੱਕਣਾ ਹੈ ਪ੍ਰਮਾਤਮਾ ਨੂੰ, ਇਹਨਾਂ ਕੰਨਾਂ ਦੇ ਨਾਲ ਸੁਣਨਾ ਹੈ ਪ੍ਰਮਾਤਮਾ ਦੀ ਬਾਣੀ ਨੂੰ। ਤੇ ਇਹ ਜਿਹੜੀ ਜ਼ਬਾਨ ਦਿੱਤੀ ਹੈ ਨਾ, ਜਿਹਦੇ ਨਾਲ ਤੂੰ ਰਸ ਚੱਖਦਾ ਹੈ,
इस जबान दे नाल उस हरि दे गुण गाउने ने। ये धन गुरु अमरदास पातशाह जी समझाਉਂਦੇ फिर समझ लगती है कि इस धरती ते आए क्यों सा। ते अज दे सलोक राहीं धन गुरु नानक साहब सच्चे पातशाह जी की बख्शिश करते हैं, क्योंकि ये लड़ी चल रही है। पहले दो सलोकां दे अंदर गुरु नानक पातशाह जी ने ये समझाया सी कि सब जेकर सूतक मन्नीए, ते दूजी गल मन का सूतक लोभ है। हुण तीसरी गल जिहड़ी है तीसरे सलोक के अंदर गुरु नानक पातशाह जी नूं जदों पंडितां ने सवाल किया ना, ते पातशाह इस सूतक दे नाल एक सूतक ते जिहड़ा संसारी असीं तक लिया, दूसरा सूतक तुसीं दस्सिया कि ये मन दे अंदर जिहड़ा असीं लोभ पाउने आ ये है। ते तीसरी गल की है, गुरु नानक पातशाह जी फिर बख्शिश करदे ने। महला पहला, सबो सूतक भरम है, दूजै लगे जाए। गुरु नानक पातशाह जी कहते ने असल विच ये जिहड़ा सूतक है ये भरम है। सबो सूतक भरम है, ये भुलेखा है, मन का वहम है। दूजै लग्या जाए भाव कि किसी के घर विच बच्चे ने जन्म लिया, किसी के गृह विखे बालक ने जन्म लिया, धी पुत्र ने जन्म लिया, तो ये साडा भरम है, ये भुलेखा है कि उहदा जिहड़ा सूतक है वो सानू चंबड़ जाएगा, साडे उत्ते चढ़ जाएगा। अपवित्रता जिहड़ी अपवित्रता ना वो साडे नाल चंबड़ जाएगी। असीं भी अपवित्र इशनान किया, ते जिस जननी ने बच्चे नूं जन्म दिता ना, ते वो जननी ने जन्म देन लग्या उहदे घर विच सूतक आ गया, अपवित्रता हो गई, ते वो अपवित्रता जिहड़ी साडे शरीर उत्ते भी चढ़ जाएगी। गुरु नानक पातशाह जी कहंदे ये भरम है, ये भुलेखा है। इस भरम के कारण ही तो मनुख थां थां ते भटकदा ना, भुलावड़े भुल्ले भुल भुल पछोताणी। फिर पछतावा रह जाता जदों असी ज्ञान हासिल करते हैं, फिर आखते हैं कि भाई ये की होया, ये जीवन व्यर्थ गवा लिया, ये जन्म व्यर्थ गवा लिया। तो गुरु नानक साहब सच्चे पातशाह जी कहते इस जिहड़ा भरम है ना कि किसी का सूतक भाव किसी की अपवित्रता साडे तन उत्ते आ जाएगी, तो ये निरा भरम है, ये होर कुछ नहीं। क्यों भरम है? क्योंकि जम्मण मरना हुक्म है, भाणे आवे जाए। हे भाई, इस संसार के उत्ते जिहड़ा जम्मना ते मरना ये परमात्मा के हुक्म विच है। हुक्मी होवन आकार, हुक्म ना कहया जाई, हुक्मी होवन जी, हुक्म मिलै वडियाई। इस धरती के उत्ते ਉਹਦੇ हुक्म के नाल ही जी ਜਿਹੜੇ ने पैदा होंदे ने, ਉਹਦੇ हुक्म के नाल ही बिंस जाते हैं। तो गुरु नानक साहब सच्चे पातशाह जी इसे जप बाणी के अंदर आखते ने, हुक्म है अंदर सब को, बाहर हुक्म ना कोई। इस श्लोक अंदर भी सतगुरु साहब सच्चे पातशाह जी कहते हैं कि जम्मण मरना हुक्म है। ये जड़ा जम्मना ते मरना ये हुक्म विच है, परमात्मा के हुक्म विच है। भाणे आवे जाए तो वो भाणे विच ही मनुख आउंदा ते जांदा है इस धरती के उत्ते। ते सतगुरु साहब सच्चे पातशाह जी बख्शिश करदे ने, ये पंडित जी आओ मैं तुहानूं दसदा, तुसीं धर्म दे आगू जे, दुनिया नूं हनेरे विच रख दिता। तुसीं ये गल आख देगे कि मैं मंत्र पढ़ांगा तुहाडे घर विच सुख आ जाणगे, मैं कतेब वेद वेदां दा ज्ञाता, जदों वेदां दा पाठ करांगा ना, जदों सिमरतियां दा उच्चारण करांगा, तुहाडा घर खुशहाल हो जाएगा। तो गुरु नानक साहब सच्चे पातशाह जी आखदे ने, नहीं पंडित जी, तुहाडे मन का ये भरम है, ये वहम है
कि मैं ये सब कुछ कर लिया, जे मैं मंत्र उच्चारण कर दिते परमात्मा खुश हो गया तो ये ग्रह विखे खुशी आ जाएगी। ये तुहाडा भरम है, क्योंकि जम्मण खाना पीना पवित्र है, दितोन रिजक संभाहे, ये जिहड़ा सारा रिजक है परमात्मा ने दिता होया, ये तेरे मन का वहम है। तू तो आप वहम विच भरम विच बझा होया कि किसी इस्त्री ने किसी सवाणी ने बच्चे को जन्म दिता तो उस घर विच पवित्रता आ गई। जे किसी दे ग्रह विच कोई जी चढ़ाई कर गया तो उस घर दे विच भी जिहड़ा वो पातक आ गया, अपवित्रता आ गई। गुरु नानक पातशाह जी कहते, हे पंडित जी, हे ब्राह्मण जी, तुसीं भी इस भरम दे विच भुलेखे दे विच अपनी जिंदगी बतीत करदे जे। इस धरती दे उत्ते जिन्ना भी रिजक है वो रिजक देण वाला केवल परमात्मा है। दद्दा दाता एक है, सब को देवनहार, दिंदे टूट न आवई, अगणत भरे भंडार। हे पंडित जी, तुहानू भुलेखा बज गया कि शायद कोई दाता हो रहा है, शायद मैं कोई बंदगी करके, मैं कोई मंत्र मार के इस धरती दे मनुखा नू खुशहाल कर सकदा। पिछे झाती मर जदों तू नहीं सी, फिर कौन दिंदा सी। ते गुरु नानक पातशाह जी कहते, देण वाला केवल वो परमात्मा है। देंदा दे, लैंदे थक पाए। पंडित जी, वो देंदा थकदा नहीं, पर लैण वाले थक जाते हैं। ते जुगां जगंतर खाई खाए, कई जुगां तो, एक नहीं कई जुगां तो साडे पुरखे खांदे आ रहे ने, कदे उहदे भंडार विच टोट नहीं आई। उहदे भंडारे सदा भरे ने, ते उहदा भंडारियां दे विचों नहीं ये जिहड़ा रिजक आ रहा, ये फिर अपवित्र नहीं, ये पवित्र है। खाना पीना पवित्र है। पंडित जी, ये जिहड़ा छकना ते छकाउणा ये अपवित्र किद्दां हो सकदा? ये तो पवित्र है, क्योंकि दित्तो ने रिजक संभाए, सारिਆਂ ਨੂੰ ਉਹਨੇ ਇਹ ਸਾਰਿਆਂ ਨੂੰ ਰਿਜਕ ਦਿੱਤਾ, ਥਾਂ ਥਾਂ ਰਿਜਕ ਦਿੱਤਾ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅਗਲੀ ਪੰਕਤੀ ਵਿੱਚ ਬਖਸ਼ਿਸ਼ ਕਰਦੇ ਨੇ ਕਿ ਨਾਨਕ ਜਿਨੀ ਗੁਰਮੁਖ ਬੁੱਝਿਆ ਤਿੰਨਾ ਸੂਤਕ ਨਾਹੇ। ਹੁਣ ਇੱਥੇ ਅਖੀਰ ਵਿੱਚ ਇਹ ਬਿਆਨ ਕਰਦੇ ਨੇ, ਹੇ ਪੰਡਿਤ ਜੀ, ਤੇ ਜਿਹੜਾ ਉੱਥੇ ਉਹ ਲੰਗਰ ਕਰਾਉਣ ਵਾਸਤੇ ਸੇਵਕ ਆਇਆ ਸੀ, ਜਿਨ੍ਹਾਂ ਨੇ ਪੰਡਤਾਂ ਦਾ ਬ੍ਰਹਮ ਭੋਜ ਲਾਇਆ ਸੀ, ਉਹ ਵੀ ਉੱਥੇ ਬੈਠਾ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇਹ ਗੁਰਮੁਖ ਪਿਆਰੇ, ਹੇ ਬ੍ਰਾਹਮਣ, ਇਹ ਦੁਨੀਆ ਦੇ ਲੋਗੋ, ਇਸ ਸੰਸਾਰ ਦੇ ਉੱਤੇ ਜਿਸ ਗੁਰਮੁਖ ਨੇ ਬੁੱਝ ਲਿਆ ਨਾ, ਜਿਹਨੇ ਗੁਰੂ ਵੱਲ ਨੂੰ ਮੁੱਖ ਕਰ ਲਿਆ, ਕਿਉਂਕਿ ਜਿਹੜਾ ਮਨਮੁਖ ਹੈ ਨਾ, ਉਹ ਆਪਣੀ ਮਨ ਦੀ ਮੱਤ ਪਿੱਛੇ ਚੱਲਦਾ, ਤੇ ਮਨ ਦੀ ਮੱਤ ਪਿੱਛੇ ਚੱਲਦਿਆਂ ਚੱਲਦਿਆਂ ਕਈ ਵਾਰ ਮਨੁੱਖ ਪਹਾੜ ਉੱਤੇ ਵੀ ਚੜ੍ਹ ਜਾਂਦਾ, ਤੇ ਜਦੋਂ ਪਹਾੜ ਉੱਤੇ ਚੜ੍ਹ ਕੇ ਠਾਂ ਨੂੰ ਵੇਖਦਾ, ਘਬਰਾਹਟ ਦੇ ਨਾਲ ਡਿੱਗ ਵੀ ਜਾਂਦਾ। ਕਈ ਵਾਰ ਮਨ ਦੀ ਮੱਤ ਦੇ ਨਾਲ ਨਾਲ ਜਿਹੜਾ ਮਨਮੁਖ ਮਨੁੱਖ ਹੈ ਨਾ, ਉਹ ਮਨ ਦੀ ਮੱਤ ਦੇ ਨਾਲ ਆਂਦਾ, ਮੈਂ ਬਾਣੀਆਂ ਕੰਠ ਕਰ ਲੈਣੀਆਂ, ਮੈਂ ਇੰਨੇ ਗ੍ਰੰਥ ਪੜ੍ਹ ਲੈਣੇ। ਤੇ ਜਦੋਂ ਇੰਨੇ ਗ੍ਰੰਥ ਪੜ੍ਹ ਲੈਂਦਾ, ਇੰਨਾ ਗਿਆਨ ਹਾਸਲ ਕਰ ਲੈਂਦਾ, ਫਿਰ ਉਹ ਗਿਆਨ ਦੇ ਭੰਡਾਰੇ ਭਰ ਭਰ ਕੇ ਗੱਡੀਆਂ ਲੱਦ ਲੈਂਦਾ। ਗਿਆਨ ਦੇ ਭੰਡਾਰੇ ਜਿਹੜੇ ਉਹ ਭਰ ਭਰ ਕੇ ਇਸ ਧਰਤੀ ਦੇ ਉੱਤੇ ਦਿਖਾਉਂਦਾ ਫਿਰਦਾ ਕਿ ਮੈਂ ਇੰਨਾ ਗਿਆਨ ਹਾਸਲ ਕੀਤਾ। ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ, ਫਿਰ ਉਹ ਡਿੱਗ ਪੈਂਦਾ, ਕਿਉਂਕਿ ਉਹਨੇ ਆਪਣੀ ਮਨ ਦੀ ਮੱਤ ਪਿੱਛੇ ਚੱਲ ਕੇ ਜਿਹੜਾ ਜੀਵਨ ਬਤੀਤ ਕੀਤਾ। ਤੇ ਜਿਹੜਾ ਗੁਰੂਮੁਖ ਹੈ ਨਾ, ਉਹਨੇ ਫਿਰ ਇਸ ਸੰਸਾਰ ਦੇ ਉੱਤੇ ਜਦੋਂ ਮੱਤ ਲਈ ਨਾ ਗੁਰੂ ਦੀ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਇਸ ਧਰਤੀ ਦੇ ਫਿਰ ਉੱਤੇ ਫਿਰ ਉਹ ਗੁਰਮੁਖ ਬਾਣੀ ਪੜ੍ਹਦਿਆਂ, ਬਾਣੀ ਗਾਉਂਦਿਆਂ, ਕਿਰਤ ਕਰਦਿਆਂ, ਨਾਮ ਜਪਦਿਆਂ ਤੇ ਵੰਡ ਕੇ ਛਕਦਿਆਂ ਇਸ ਧਰਤੀ ਦੇ ਉੱਤੇ ਮਨੁੱਖਤਾ ਦੀ ਭਲਾਈ ਕਰਦਿਆਂ ਕਰਦਿਆਂ ਸੰਸਾਰ ਤੋਂ ਪਾਰ ਉਤਾਰਾ ਹੋ ਜਾਂਦਾ। ਉਹ ਫਿਰ ਉਹਦੇ ਅੰਦਰ ਜਿਹੜਾ ਭਰਮ ਸੀ ਨਾ ਕਿ ਇਸ ਧਰਤੀ ਦੇ ਉੱਤੇ ਸੂਤਕ ਹੈ, ਜੇ ਕਿਸੇ ਦੇ ਘਰ ਜਨਮ ਹੋ ਗਿਆ, ਉਹ ਘਰ ਹੁਣ ਅਪਵਿੱਤਰ ਹੈ। ਜਦੋਂ ਤੱਕ ਸਵਾਣੀ ਉੱਠ ਕੇ ਤੁਰ ਫਿਰ ਕੇ ਇਸ਼ਨਾਨ ਨਹੀਂ ਕਰ ਲੈਂਦੀ, ਉਹਨਾਂ ਚਿਰ ਉਹ ਘਰ ਅਪਵਿੱਤਰ ਹੈ। ਉਹਦੇ ਮਨ ਦਾ ਇਹ ਵਹਿਮ ਜਿਹੜਾ ਉਹ ਨਿਕਲ ਜਾਂਦਾ।
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨੀ ਗੁਰਮੁਖ ਬੁੱਝਿਆ, ਜਿਸ ਗੁਰਮੁਖ ਨੇ ਇਹ ਬੁੱਝ ਲਿਆ, ਫਿਰ ਤਿੰਨਾਂ ਸੂਤਕ ਨਾਏ ਉਹਨਾਂ ਦੇ ਮਨਾਂ ਅੰਦਰ ਇਹ ਫਿਰ ਸੂਤਕ ਅਤੇ ਪਾਤਕ ਦੀ ਜਿਹੜੀ ਮਨ ਦੇ ਅੰਦਰ ਭਰਮ ਸੀ, ਜਿਹੜੀ ਵਿਚਾਰ ਸੀ, ਉਹ ਖਤਮ ਹੋ ਜਾਂਦੀ ਹੈ। ਉਹ ਫਿਰ ਇਹ ਗੱਲ ਨਹੀਂ ਆਖਦੇ ਕਿ ਇਸ ਧਰਤੀ ਦੇ ਉੱਤੇ ਸੂਤਕ ਪਾਤਕ ਹੈ। ਉਹ ਤਾਂ ਫਿਰ ਸਾਰੇ ਸੰਸਾਰ ਦੇ ਉੱਤੇ ਉਸ ਪਰਵਤਗਾਰ ਨੂੰ ਵੇਖਦੇ ਨੇ। ਕਿਸ ਤਰ੍ਹਾਂ ਵੇਖਦੇ ਨੇ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅੱਗੇ ਪੌੜੀ ਵਿੱਚ ਬਖਸ਼ਿਸ਼ ਕਰਦੇ ਹਨ। ਪੌੜੀ ਸਤਿਗੁਰ ਵੱਡਾ ਕਰ ਸਲਾਹੀਐ, ਜਿਸ ਵਿੱਚ ਵੱਡੀਆਂ ਵਡਿਆਈਆਂ। ਹੇ ਭਾਈ, ਇਸ ਧਰਤੀ ਦੇ ਉੱਤੇ ਜਿਸ ਗੁਰਮੁਖ ਨੇ ਗੁਰੂ ਵੱਲ ਨੂੰ ਮੁੱਖ ਕਰ ਲਿਆ, ਫਿਰ ਉਹ ਉਸ ਅਕਾਲ ਪੁਰਖ ਨੂੰ, ਉਹਦੇ ਸਰੂਪ ਗੁਰੂ ਨੂੰ, ਕਿਉਂਕਿ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ। ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਫਿਰ ਉਹ ਗੁਰਮੁਖ ਜਿਹੜਾ ਆਪਣੇ ਗੁਰੂ ਨੂੰ ਵੱਡਾ ਕਰਕੇ ਸਲਾਹੁੰਦਾ ਹੈ। ਕਿਉਂ ਵੱਡਾ ਕਰਕੇ ਸਲਾਹੁੰਦਾ ਹੈ? ਕਿਉਂਕਿ ਉਹਦੀਆਂ ਵਡਿਆਈਆਂ ਵੀ ਵੱਡੀਆਂ ਨੇ, ਉਹਦੀਆਂ ਦਾਤਾਂ ਵੀ ਵੱਡੀਆਂ ਨੇ। ਸਤਿਗੁਰ ਵੱਡਾ ਕਰ ਸਲਾਹੀਐ। ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਆਓ ਗੁਰਮੁਖੋ ਉਸ ਸਤਿਗੁਰੂ ਨੂੰ ਉੱਚਾ ਕਰਕੇ, ਵੱਡਾ ਵੱਡਾ ਕਹਿ ਕੇ ਸਲਾਹੀਏ, ਉਹਦੀ ਉਸਤਤ ਕਰੀਏ। ਕਿਉਂਕਿ ਜਿਸ ਵਿੱਚ ਵੱਡੀਆਂ ਵਡਿਆਈਆਂ, ਜਿਹਦੇ ਵਿੱਚ ਵੱਡੀਆਂ ਵਡਿਆਈਆਂ ਨੇ, ਉੱਚੀਆਂ ਵਡਿਆਈਆਂ ਨੇ, ਜਿਹਦੀ ਸ਼ੋਭਾ ਬੜੀ ਉੱਚੀ ਹੈ, ਜਿਹਦੇ ਦਰ ਦੇ ਉੱਤੇ ਭਿਖਾਰੀ ਆਣ ਕੇ ਰਾਜੇ ਬਣ ਜਾਂਦੇ ਨੇ। ਫਿਰ ਉੱਥੇ ਆਣ ਕੇ ਮੈਂ ਮੇਰੀ ਮਰ ਜਾਂਦੀ ਹੈ, ਉੱਥੇ ਆਣ ਕੇ ਅਹੰਕਾਰ ਟੁੱਟ ਜਾਂਦਾ ਹੈ। ਕੇਵਲ ਸਤਿਗੁਰੂ ਦੀ ਉਸਤਤ ਹੈ। ਤੇ ਫਿਰ ਇਹੀ ਮਨ ਵਿੱਚੋਂ ਨਿਕਲਦਾ ਹੈ ਕਿ ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ। ਇਸ ਧਰਤੀ ਦੇ ਉੱਤੇ ਉਹਦਾ ਕੋਈ ਪਾਰਾਵਾਰ, ਕੋਈ ਉਹਦੀ ਬੇਅੰਤਤਾ ਨੂੰ ਪਾ ਨਹੀਂ ਸਕਦਾ। ਸੋ ਕਰਤਾ ਕਾਦਰ ਕਰੇ, ਜੋ ਕਰਦਾ ਹੈ ਨਾ, ਇਹ ਉਹਦੀ ਸਾਰੀ ਕੁਦਰਤ ਹੈ ਤੇ ਉਹਨੇ ਪੈਦਾ ਕੀਤੀ ਹੈ। ਇਸ ਕਰਕੇ ਭਾਈ ਉਸ ਪਰਮਾਤਮਾ ਦੀ, ਉਸ ਗੁਰੂ ਦੀ ਵਡਿਆਈ ਕਰਨੀ ਚਾਹੀਦੀ ਹੈ। ਤੇ ਇਸ ਧਰਤੀ ਦੇ ਉੱਤੇ ਜਿਹੜਾ ਫਿਰ ਵਡਿਆਈ ਕਰਦਾ, ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਸਹਿ ਮੇਲੇ ਤਾਂ ਨਦਰੀ ਆਈਆ। ਜਦੋਂ ਉਹ ਪ੍ਰਭੂ ਪਤੀ ਆਪਣੇ ਸੇਵਕ ਨੂੰ ਮਿਲਾ ਲੈਂਦਾ ਨਾ, ਫਿਰ ਉਹਦੀ ਨਜ਼ਰ ਸਵੱਲੀ ਹੋ ਜਾਂਦੀ ਤੇ ਤਨ ਉੱਤੇ, ਮਨ ਉੱਤੇ ਫਿਰ ਉਹਦੀ ਨਜ਼ਰ ਪੈ ਜਾਂਦੀ ਹੈ। ਮਨੁੱਖ ਖੁਸ਼ਹਾਲ ਹੋ ਜਾਂਦਾ। ਉਹ ਫਿਰ ਆਪਣੇ ਨਾਲ ਮਿਲਾ ਲੈਂਦਾ, ਆਪਣੀ ਗਲਵਕੜੀ ਵਿੱਚ ਲੈ ਲੈਂਦਾ ਇਸ ਧਰਤੀ ਦੇ ਉੱਤੇ। ਜਾ ਤਿਸ ਭਾਣਾ ਤਾਂ ਮਨ ਵਸਾਈਆ। ਹੇ ਭਾਈ, ਇਹ ਉਹਦਾ ਭਾਣਾ ਵਰਤੇ ਇਸ ਧਰਤੀ ਦੇ ਉੱਤੇ। ਜਾ ਤਿਸ ਭਾਣਾ ਤਾਂ ਮਨ ਵਸਾਈਆ। ਜੇ ਉਹਦੀ ਰਹਿਮਤ ਹੋ ਜਾਵੇ, ਉਹਦੀ ਕਿਰਪਾ ਹੋ ਜਾਵੇ, ਜੇ ਉਹਨੂੰ ਮਨੁੱਖ ਭਾ ਜਾਏ ਇਸ ਧਰਤੀ ਦੇ ਉੱਤੇ ਨਾ, ਜੇ ਉਹਨੂੰ ਚੰਗਾ ਲੱਗਣ ਲੱਗ ਪਏ, ਤੇ ਫਿਰ ਉਹਦੇ ਉੱਤੇ ਉਹ ਨਜ਼ਰ ਕਰਦਾ ਹੈ ਤੇ ਉਹਦੇ ਮਨ ਵਿੱਚ ਆਪਣਾ ਨਾਮ ਵਸਾ ਦਿੰਦਾ। ਉਹ ਗੁਰਮੁਖ ਪਿਆਰਾ ਫਿਰ ਸਦਾ ਉਹਦਾ ਨਾਮ ਜਪਦਾ ਹੈ, ਸਤਨਾਮ ਸ੍ਰੀ ਵਾਹਿਗੁਰੂ। ਫਿਰ ਉਹ ਵਾਹਿਗੁਰੂ ਵਾਹਿਗੁਰੂ ਕਰਦਾ ਹੋਇਆ ਆਪਣਾ ਜੀਵਨ ਬਤੀਤ ਕਰਦਾ, ਸਦਾ ਉਹਦੀ ਬੰਦਗੀ ਕਰਦਾ ਹੈ। ਉਹ ਭੁਲੇਖੇ ਵਿੱਚ ਗਿਣਤੀਆਂ ਮਿਣਤੀਆਂ ਨਹੀਂ ਕਰਦਾ। ਉਹ ਫਿਰ ਲਗਾਤਾਰ ਇੱਕ ਰਸ, ਸਰਬ ਵਿਆਪਕ ਨੂੰ ਇੱਕ ਰਸ ਹੋ ਕੇ ਲਗਾਤਾਰ ਸਿਮਰਦਾ ਹੈ। ਉਹ ਫਿਰ ਇਹ ਨਹੀਂ ਸੋਚਦਾ ਕਿ ਮੈਂ ਕਿੰਨਾ ਕੁ ਗਿਆਨ ਹਾਸਲ ਕਰਨਾ। ਉਹ ਇਸ ਵਿੱਚ ਲੱਗਾ ਰਹਿੰਦਾ ਕਿ ਜਿੰਨਾ ਗੁਰੂ ਸਾਹਿਬ ਰਹਿਮਤ ਕਰਨ, ਉਨੀ ਬਾਣੀ ਪੜ੍ਹੀ ਜਾਏ, ਉਹਨਾਂ ਗਿਆਨ ਹਾਸਲ ਕਰਕੇ ਤੇ ਉਹਦੇ ਰਸਤੇ ਉੱਤੇ, ਉਹਦੇ ਮਾਰਗ ਉੱਤੇ ਚੱਲਿਆ ਜਾਵੇ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅੱਗੇ ਬਖਸ਼ਿਸ਼ ਕਰਦੇ ਹਨ। ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਾਈਆਂ। ਹੇ ਭਾਈ, ਉਹ ਪਰਮਾਤਮਾ, ਉਹ ਗੁਰੂ ਆਪਣੇ ਹੁਕਮ ਦੇ ਅਨੁਸਾਰ ਉਸ ਸੇਵਕ ਦੇ ਸਿਰ ਉੱਤੇ ਫਿਰ ਹੱਥ ਧਰ ਦਿੰਦਾ। ਮਸਤਕ ਹੱਥ ਧਰ, ਉਹਦੇ ਮੱਥੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖ ਦਿੰਦਾ ਹੈ। ਤੇ ਐਸੀ ਮਿਹਰ ਕਰਦਾ ਏ ਕਿ ਵਿੱਚੋਂ ਮਾਰ ਕੱਢੀਆਂ ਬੁਰਾਈਆਂ। ਅੰਦਰ ਜਿਹੜੀਆਂ ਬੁਰਾਈਆਂ ਨੇ ਨਾ, ਜਿਹੜਾ ਇਹ ਨਗਰ
ਕਾਮ ਦੇ ਨਾਲ ਕ੍ਰੋਧ ਦੇ ਨਾਲ ਭਰਿਆ। ਕਾਮ ਕ੍ਰੋਧ ਨਗਰ ਬਹੁ ਭਰਿਆ, ਭਰਿਆ ਪਿਆ ਨਾ ਕਾਮ ਦੇ ਨਾਲ ਕ੍ਰੋਧ ਦੇ ਨਾਲ। ਕੱਲ੍ਹ ਵੀ ਅਸੀਂ ਵਿਚਾਰ ਕੀਤੀ ਸੀ, ਇਸ ਸਰੀਰ ਵਿੱਚ ਅਹੰਕਾਰ ਜਮ੍ਹਾਂ ਹੋਇਆ ਪਿਆ। ਤੇ ਸਤਿਗੁਰੂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਇਹ ਭਾਈ ਸਤ ਸੰਗਤ ਵਿੱਚ ਆ, ਗੁਰੂ ਦੀ ਗੋਦ ਵਿੱਚ ਆਣ ਕੇ ਬੈਠ, ਤੇ ਫਿਰ ਤੇਰੇ ਅੰਦਰ ਜਿਹੜਾ ਭਰਮ ਹੈ ਉਹ ਟੁੱਟ ਜਾਵੇਗਾ। ਇਹ ਟੁੱਟ ਜਾਏਗਾ ਕਿ ਇਸ ਧਰਤੀ ਦੇ ਉੱਤੇ ਇਹ ਸਾਰੀਆਂ ਵਸਤਾਂ ਨਾਸਵੰਤ ਨੇ, ਇਹਨਾਂ ਨੇ ਖਤਮ ਹੋਣਾ। ਇਹਨਾਂ ਦੇ ਖਤਮ ਹੋਣ ਦੇ ਨਾਲ ਤੇ ਫਿਰ ਹਰ ਜਗ੍ਹਾ ਦੇ ਉੱਤੇ ਸੂਤਕ ਪਾਤਕੀ ਰਹੇਗਾ। ਇਸ ਕਰਕੇ ਭਰਮ ਤੋੜ ਦੇ ਕਿ ਇਸ ਧਰਤੀ ਦੇ ਉੱਤੇ ਹਰ ਜਗ੍ਹਾ ਦੇ ਉੱਤੇ, ਜਲ ਵਿੱਚ, ਥਲ ਵਿੱਚ, ਅਸਮਾਨ ਦੇ ਅੰਦਰ, ਹਰ ਜਗ੍ਹਾ ਦੇ ਉੱਤੇ ਉਹਦੇ ਹੁਕਮ ਦਾ ਪਸਾਰਾ ਹੈ। ਤੇ ਅਸੀਂ ਤੇ ਕੇਵਲ ਉਹਦੇ ਨਾਮ ਸਿਮਰਨ ਵਿੱਚ ਜੁੜਨਾ, ਉਹਦੀ ਬੰਦਗੀ ਵਿੱਚ ਜੁੜਨਾ, ਉਹਦੀ ਬੰਦਗੀ ਕਰਦਿਆਂ ਹੋਇਆਂ ਆਪਣਾ ਜੀਵਨ ਬਤੀਤ ਕਰਨਾ ਹੈ। ਤੇ ਜਦੋਂ ਬੰਦਗੀ ਕਰਾਂਗੇ ਤੇ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਫਿਰ ਉਹ ਆਪਣਾ ਹੱਥ ਨਾ ਕਰ ਹੁਕਮ ਮਸਤਕ ਹੱਥ ਧਰ। ਆਪਣੇ ਹੁਕਮ ਮੁਤਾਬਕ ਉਹ ਆਪਣੇ ਸੇਵਕ ਦੇ ਮੱਥੇ ਉੱਤੇ ਹੱਥ ਰੱਖ ਦਿੰਦਾ ਤੇ ਵਿੱਚੋਂ ਮਾਰ ਕੱਢੀਆਂ ਬੁਰਾਈਆਂ। ਉਹ ਫਿਰ ਜਿਹੜੀਆਂ ਸਾਡੇ ਅੰਦਰ ਦੇ ਭੈੜੀ ਮੱਤ ਹੈ, ਜਿਹੜੀ ਸਾਡੀ ਮੱਤ ਸਾਨੂੰ ਗੁਰੂ ਨਾਲ ਜੁੜ ਨਹੀਂ ਦਿੰਦੀ, ਉਹ ਬੁਰਾਈਆਂ ਸਾਡੇ ਅੰਦਰੋਂ ਕੱਢ ਦਿੰਦਾ ਹੈ। ਵਿੱਚੋਂ ਮਾਰ ਕੱਢੀਆਂ ਬੁਰਾਈਆਂ ਸਹਿਤ ਉਠੈ ਨੌ ਨਿਧ ਪਾਈਆਂ। ਨੌ ਨਿਧੀਆਂ, ਨੌ ਖਜ਼ਾਨੇ ਇਸ ਧਰਤੀ ਦੇ ਉੱਤੇ ਉਹਨੂੰ ਮਿਲ ਜਾਂਦੇ ਹਨ ਜੇ ਉਹ ਪਰਮਾਤਮਾ ਤਰੁੱਠ ਪਵੇ। ਸਹਿਤ ਉਠੈ ਪ੍ਰਭੂ ਪਤੀ ਤਰੁੱਠ ਪਵੇ, ਗੁਰੂ ਪਿਤਾ ਤਰੁੱਠ ਪਵੇ ਇਸ ਧਰਤੀ ਦੇ ਉੱਤੇ। ਸਹਿਤ ਉਠੈ ਨੌ ਨਿਧ ਪਾਈਆਂ, ਫਿਰ ਨੌ ਨਦੀਆਂ, ਨੌ ਖਜ਼ਾਨੇ ਜਿਹੜੇ ਨੇ ਉਹ ਪ੍ਰਾਪਤ ਹੋ ਜਾਂਦੇ ਨੇ ਇਸ ਧਰਤੀ ਦੇ ਉੱਤੇ। ਉਹ ਨੌਵੇਂ ਦੇ ਨੌਵੇਂ ਖਜ਼ਾਨੇ ਉਹ ਆਪਣੇ ਸੇਵਕ ਨੂੰ ਬਖਸ਼ ਦਿੰਦਾ, ਉਹਨੂੰ ਫਿਰ ਕਦੇ ਤੋਟ ਨਹੀਂ ਆਉਂਦੀ ਇਸ ਧਰਤੀ ਦੇ ਉੱਤੇ। ਉਹ ਫਿਰ ਆਪਣੀ ਜ਼ਿੰਦਗੀ ਦੇ ਵਿੱਚ ਜੇ ਉਹਨੂੰ ਨਾਮ ਧਨ ਮਿਲਿਆ ਤੇ ਉਹਨੂੰ ਵੀ ਵਰਤ ਕੇ ਛਕਦਾ, ਜੇ ਸੰਸਾਰੀ ਧਨ ਮਿਲਿਆ ਤੇ ਉਹਦੇ ਨਾਲ ਵੀ ਸੰਸਾਰ ਦੇ ਵਿੱਚ ਵੰਡ ਕੇ ਛਕਦਾ। ਉਹ ਫਿਰ ਇਹ ਨਹੀਂ ਸਮਝਦਾ ਕਿ ਇਸ ਧਰਤੀ ਦੇ ਉੱਤੇ ਸਭ ਕੁਝ ਮੇਰਾ ਹੈ। ਉਹ ਇਹ ਸਮਝਦਾ ਕਿ ਇਹ ਪਰਮਾਤਮਾ ਨੇ ਬਖਸ਼ਿਸ਼ ਕੀਤਾ। ਤੇ ਫਿਰ ਉਹ ਖਾਵ ਹੋ ਖਰਚ ਹੋ ਰਲ ਮਿਲ ਭਾਈ, ਟੂਟ ਨਾ ਆਵੇ ਵਾਧੋ ਜਾਈ ਵੱਲ। ਜਦੋਂ ਇਹ ਗਿਆਨ ਹਾਸਲ ਕਰ ਲੈਂਦਾ ਨਾ, ਫਿਰ ਇਹ ਸਮਝਦਾ ਕਿ ਇਹਦੇ ਨਾਲ ਵਾਧਾ ਹੋਣਾ। ਕਈ ਵਾਰ ਭੁਲੇਖੇ ਵਿੱਚ ਮਨੁੱਖ ਨਾ, ਸਾਡੀ ਇਹ ਫਿਤਰਤ ਬਣੀ ਹੈ ਕਿ ਜੇ ਸਾਨੂੰ 4 ਪੌੜੀਆਂ ਯਾਦ ਹੋ ਗਈਆਂ ਨਾ ਜਪਜੀ ਸਾਹਿਬ ਦੀਆਂ, ਤਾਂ ਅਸੀਂ ਗੁਆਂਢੀ ਨੂੰ ਨਹੀਂ ਦੱਸਦੇ ਕਿ ਕਿਤੇ ਮੇਰੇ ਤੋਂ ਪਹਿਲਾਂ ਅੱਗੇ ਨਾ ਲੰਘ ਜਾਵੇ। ਜੇ ਕਿਤੇ ਅਸੀਂ ਨਿਤਨੇਮ ਕਰਨ ਵਾਸਤੇ ਆ ਜਾਈਏ, ਅਸੀਂ ਗੁਆਂਢੀ ਨੂੰ ਆਵਾਜ਼ ਨਹੀਂ ਮਾਰਦੇ ਕਿ ਭਾਈ ਆਪ ਬਾਣੀ ਪੜ੍ਹ। ਕਿਉਂ? ਕਿਉਂਕਿ ਕਿਤੇ ਇਹ ਗੁਰੂ ਵਾਲਾ ਨਾ ਬਣ ਜਾਏ। ਪਰ ਆਪਣੇ ਗੁਆਂਢੀ ਧਰਮ ਵੱਲ ਵੇਖ ਲਓ, ਜਦੋਂ ਅਸੀਂ ਇਸਲਾਮ ਮਤ ਵੱਲ ਵੇਖਦੇ ਹਾਂ ਨਾ, ਉਹ ਇਹ ਗੱਲ ਨਹੀਂ ਕਹਿੰਦੇ ਕਿ ਮੈਂ ਚੱਲਿਆ ਤੇ ਕੋਈ ਹੋਰ ਨਾ ਚਲੇ ਜਾਏ ਪਰਮਾਤਮਾ ਦੇ ਦਰ 'ਤੇ। ਉਹ ਫਿਰ ਆਵਾਜ਼ ਮਾਰਦਾ, ਭਾਈ ਆਓ ਨਮਾਜ਼ ਦਾ ਸਮਾਂ ਹੋ ਗਿਆ ਤੇ ਪੜ੍ਹਨ ਵਾਸਤੇ ਚੱਲੀਏ, ਸਾਰਿਆਂ ਨੂੰ ਇਕੱਠੇ ਕਰਕੇ। ਮੈਂ ਇੱਥੇ ਕਈ ਵਾਰ ਤੱਕਿਆ ਮੁਸਲਮਾਨ ਏਰੀਏ ਦੇ ਵਿੱਚ ਨਾ, ਜਦੋਂ ਨਮਾਜ਼ ਦਾ ਸਮਾਂ ਹੁੰਦਾ ਤੇ ਫਿਰ ਆਪਣੀਆਂ ਦੁਕਾਨਾਂ ਦੇ ਸ਼ਟਰ ਬੰਦ ਕਰ ਦਿੰਦੇ ਨੇ। ਉਹ ਕਹਿੰਦੇ ਅਸੀਂ ਧੰਦਾ ਨਹੀਂ ਕਰਨਾ। ਮੈਂ ਕੁਝ ਸਮਾਂ ਅਹਿਮਦਾਬਾਦ ਸਿੰਘ ਸਭਾ ਗੁਰਦੁਆਰੇ ਰਿਹਾ, ਉੱਥੇ ਸਾਰਾ ਏਰੀਆ ਮੁਸਲਮਾਨ ਆ। ਦੁਧੇਸ਼ਵਰ ਇਲਾਕੇ ਦੇ ਵਿੱਚ ਸਾਰਾ ਏਰੀਆ ਮੁਸਲਮਾਨ। ਅਤੇ ਮੈਂ ਇੱਕ ਤਰਫ ਦੁਕਾਨ ਦੇ ਉੱਤੇ ਗਿਆ ਸਮਾਨ ਲੈਣ ਵਾਸਤੇ, ਸਮਾਂ ਹੋਇਆ ਨਮਾਜ਼ ਦਾ, ਭਾਈ ਉਹਨੇ ਬੰਦ ਕਰ ਦਿੱਤੀ। ਮੈਨੂੰ ਕਹਿੰਦੇ ਸਰਦਾਰ ਜੀ ਹੁਣ ਸਮਾਂ ਹੋ ਗਿਆ, ਹੁਣ ਇੱਥੇ ਕੋਈ ਵੀ ਆ ਜਾਵੇ, ਸਾਨੂੰ ਧਨ ਦਾ ਲਾਲਚ ਨਹੀਂ। ਵਾਕਈ ਉਹਨਾਂ ਸਾਰੇ ਮਾਰਕੀਟ ਦੇ ਅੰਦਰ ਦੁਕਾਨਾਂ ਦੇ ਸ਼ਟਰ ਬੰਦ ਕਰ ਦਿੱਤੇ ਅਤੇ ਨਮਾਜ਼ ਪੜ੍ਹਨ ਚਲੇ ਗਏ। ਸਾਨੂੰ ਆਪਣੇ ਗੁਰੂ ਉੱਤੇ ਭਰੋਸਾ ਨਹੀਂ ਲਿਆ। ਅਸੀਂ ਭੁਲੇਖੇ ਵਿੱਚ ਪੈ ਗਏ ਕਿ ਸ਼ਾਇਦ ਅਸੀਂ ਕੰਮ ਕਰਕੇ ਇਹ ਧਨ ਇਕੱਠਾ ਕਰਦੇ ਹਾਂ, ਅਤੇ ਸਮਾਂ ਜਦੋਂ ਬਣਦਾ ਨਾ ਬਾਣੀ ਪੜ੍ਹਨ ਦਾ, ਜਦੋਂ ਵੇਲਾ ਹੁੰਦਾ
ਫਿਰ ਇਸੇ ਸੋਚਾਂ ਵਿੱਚ ਗੁਜ਼ਾਰ ਦਿੰਦੇ ਹਾਂ ਕਿ ਜੇ ਮੈਂ ਗੁਰੂ ਘਰ ਚਲਾ ਗਿਆ ਤੇ ਮੇਰਾ ਆਹ ਕਾਰਜ ਨਹੀਂ ਹੋਣਾ, ਭਲਿਆ ਜਦੋਂ ਇਸ ਸੰਸਾਰ ਤੋਂ ਚਲਿਆ ਗਿਆ, ਸੰਸਾਰ ਦੇ ਉੱਤੇ ਕਾਰਜ ਤੇ ਫਿਰ ਵੀ ਹੋਣੇ ਆ। ਘਰ ਤੇ ਫਿਰ ਵੀ ਚੱਲਣਾ, ਗ੍ਰਸਥ ਜੀਵਨ ਤੇ ਫਿਰ ਵੀ ਇਸ ਧਰਤੀ ਦੇ ਉੱਤੇ ਚੱਲਦਾ ਹੀ ਰਹਿਣਾ। ਇਹ ਤੇਰੇ ਮਨ ਦਾ ਵਹਿਮ ਹੈ ਕਿ ਮੈਂ ਸਭ ਕੁਝ ਕਰਨਾ। ਇਹ ਤੇਰੇ ਅੰਦਰ ਦਾ ਭੁਲੇਖਾ ਹੈ, ਭਰਮ ਹੈ, ਵਹਿਮ ਹੈ। ਗੁਰੂ ਸਾਹਿਬ ਕਹਿੰਦੇ ਨੇ ਇਸ ਧਰਤੀ ਦੇ ਉੱਤੇ ਐਸੇ ਮਨੁੱਖ ਮਿਲ ਜਾਂਦੇ ਨੇ ਜਿਹੜੇ ਅਹੰਕਾਰ ਵਿੱਚ ਬੱਝੇ ਹੋਏ ਇਹ ਗੱਲ ਆਖਦੇ ਨੇ ਕਿ ਮੇਰੇ ਤੋਂ ਵੱਡਾ ਗਿਆਨੀ ਕੋਈ ਨਹੀਂ, ਮੇਰੇ ਤੋਂ ਵੱਡਾ ਗੁਰੂ ਦਾ ਸਿੱਖ ਕੋਈ ਨਹੀਂ, ਪਰ ਨਿਮਰਤਾ ਵਾਲਾ, ਕੋਈ ਨੀਵੇਂਪਣ ਵਾਲਾ, ਕੋਈ ਆਪਣੇ ਮਨ ਨੂੰ ਨੀਵਾਂ ਕਰਕੇ ਚੱਲਣ ਵਾਲਾ ਕੋਈ ਵਿਰਲਾ ਮਨੁੱਖ ਮਿਲਦਾ ਏ ਜਿਹਨੇ ਧਰਮ ਦੀ ਕਮਾਈ ਕੀਤੀ ਹੋਵੇ, ਸੰਸਾਰ ਦੇ ਉੱਤੇ ਬੜੇ ਬੜੇ ਕਾਰਜ ਵੇਖੇ ਹੋਣ, ਪਰ ਉਹ ਨਿਮਰਤਾ ਵਿੱਚ ਰਹਿ ਕੇ ਆਪਣੇ ਆਪ ਨੂੰ ਨੀਵਾਂ ਕਰਦਾ। ਜਦੋਂ ਅਸੀਂ ਇਤਿਹਾਸ ਵੱਲ ਝਾਤੀ ਮਾਰਦੇ ਹਾਂ ਨਾ, ਤੇ ਸਿੱਖ ਇਤਿਹਾਸ ਦੇ ਵਿੱਚੋਂ, ਜਦੋਂ ਸਿੱਖ ਇਤਿਹਾਸ ਦੇ ਵਿੱਚੋਂ ਆਪਣਾ ਇਤਿਹਾਸ ਪੜ੍ਹਦੇ ਹਾਂ, ਤੇ ਜਦੋਂ ਨਵਾਬੀ ਆਈ ਹੈ ਨਾ, ਤੇ ਉਸ ਸਮੇਂ ਫਿਰ ਨਵਾਬੀ ਬਖਸ਼ਣ ਵਾਸਤੇ ਇੱਕ ਸਿੱਖ ਨੂੰ ਸਾਹਮਣੇ ਲਿਆਂਦਾ। ਤੇ ਜਦੋਂ ਸਾਹਮਣੇ ਲਿਆਂਦਾ ਨਾ, ਉਹ ਕਹਿੰਦੇ ਕਿ ਭਾਈ ਤੈਨੂੰ ਨਵਾਬ ਬਣਾਉਣਾ, ਤੇ ਸਾਡੇ ਵਰਗਾ ਹੁੰਦਾ ਕਹਿੰਦਾ ਵੀ ਕੁਰਸੀ ਮਿਲ ਰਹੀ ਆ, ਰਾਜ ਗੱਦੀ ਮਿਲ ਰਹੀ ਆ, ਰਾਜ ਭਾਗ ਸਾਂਭਾਂਗੇ, ਸਾਰੀ ਉਮਰ ਘੋੜਿਆਂ ਦੀ ਲੇਦੀ ਸੁੱਟੀ ਹੈ। ਪਰ ਨਹੀਂ, ਉਸ ਸਿੱਖ ਨੇ ਆਖਿਆ ਭਾਈ ਨਹੀਂ, ਨਵਾਬੀ ਮੈਂ ਲੈ ਲਵਾਂਗਾ, ਗੁਰੂ ਦੇ ਸਿੱਖਾਂ ਦਾ ਹੁਕਮ ਹੈ ਤੇ ਗੁਰੂ ਦੇ ਸਿੱਖਾਂ ਦਾ ਹੁਕਮ ਮੈਂ ਕਦੇ ਮੋੜ ਨਹੀਂ ਸਕਦਾ। ਗੁਰੂ ਤੇ ਭਰੋਸਾ ਹੈ ਨਾ। ਇਹ ਪਤਾ ਹੈ ਕਿ ਜਦੋਂ ਪਤੀ, ਪ੍ਰਭੂ ਪਤੀ ਜਿਹੜਾ ਰੀਝ ਜਾਏ, ਤੇ ਫਿਰ ਇਸ ਧਰਤੀ ਦੇ ਉੱਤੇ ਕੋਈ ਐਸੀ ਤਾਕਤ ਨਹੀਂ ਜਿਹੜੀ ਸੰਸਾਰ ਦੇ ਉੱਤੇ ਉਸ ਮਨੁੱਖ ਨੂੰ ਡੇਗ ਸਕੇ, ਕਿਸੇ ਪਾਸਿਓਂ ਉਹਦੀ ਕਮੀ ਆਉਣ ਦੇ। ਉਹ ਕਹਿੰਦੇ ਨਵਾਬੀ ਤਾਂ ਮੈਂ ਲੈ ਲਵਾਂਗਾ, ਪਰ ਇੱਕ ਗੱਲ ਹੈ ਕਿ ਜਿਹੜੀ ਮੈਂ ਸੇਵਾ ਕਰ ਰਿਹਾ ਉਹ ਮੈਂ ਛੱਡਣੀ ਨਹੀਂ। ਇਸ ਧਰਤੀ ਦੇ ਉੱਤੇ ਮਿਸਾਲ ਦਿੱਤਾ। ਤੇ ਜਦੋਂ ਨਵਾਬੀ ਮਿਲੀ ਨਾ, ਤੇ ਫਿਰ ਇਸ ਧਰਤੀ ਦੇ ਉੱਤੇ ਨਵਾਬ ਕਪੂਰ ਸਿੰਘ ਨਵਾਬੀ ਮਾਣਦਾ ਹੋਇਆ ਵੀ ਸੇਵਾ ਵਿੱਚ ਜੁੜਿਆ ਰਿਹਾ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਜਦੋਂ ਤੇਰਾ ਭਰੋਸਾ ਬਣ ਗਿਆ, ਭਰੋਸੇ ਦੇ ਨਾਲ ਆਪਣੀ ਜੀਵਨ ਨੂੰ ਬਤੀਤ ਕੀਤਾ ਨਾ, ਫਿਰ ਤੇਰੇ ਹੱਥ ਜਿਹੜੇ ਤੇਰੀ ਦੁਕਾਨ ਦੇ ਸ਼ਟਰ ਵੱਲ ਨਹੀਂ ਹੋਣਗੇ, ਫਿਰ ਤੇਰੇ ਹੱਥ ਜਿਹੜੀ ਉਹ ਕਿਰਤ ਵੱਲ ਨੂੰ ਨਹੀਂ ਵਧਣਗੇ। ਪਹਿਲਾਂ ਉਹ ਆਖੇਗਾ ਕਿਰਤ ਪਹਿਲਾਂ ਨਹੀਂ, ਪਹਿਲਾਂ ਉਹਦਾ ਨਾਮ ਹੈ। ਤੇ ਨਾਲ ਹੀ ਫਿਰ ਅੰਮ੍ਰਿਤ ਵੇਲੇ ਉੱਠ ਕੇ ਸਮੇਂ ਨੂੰ ਸਾਂਭਦਿਆਂ ਹੋਇਆਂ, ਜਦੋਂ ਸਵੇਰੇ ਅੰਮ੍ਰਿਤ ਵੇਲੇ ਸਾਂਭ ਕੇ 6 ਵਜੇ ਗੁਰੂ ਘਰੋਂ ਨਿਕਲੇਗਾ ਨਾ, 7 ਵਜੇ ਗੁਰੂ ਘਰੋਂ ਨਿਕਲੇਗਾ ਤੇ ਉਹਦੀ ਦੁਕਾਨ 7 ਵਜੇ ਖੁੱਲ੍ਹੇਗੀ। ਫਿਰ ਉਹਨੂੰ ਸਮਝ ਆਏਗੀ ਕਿ ਵਾਕਈ ਮੈਂ ਤੇ ਪਾਪੀ ਇਸ ਧਰਤੀ ਦੇ ਉੱਤੇ ਕੇਵਲ ਪਾਪ ਹੀ ਵਿਹਾਂਜਦਾ ਰਿਹਾ। ਰਾਤ ਨੂੰ 12 ਵਜੇ ਸੌਣਾ ਤੇ ਸਵੇਰੇ 9 ਵਜੇ ਉੱਠ ਕੇ 11 ਵਜੇ ਜਾ ਕੇ ਦੁਕਾਨ ਖੋਲ੍ਹਣੀ, ਆਪਣੇ ਕਾਰੋਬਾਰ ਨੂੰ ਕਰਨਾ। ਸਮਝ ਆਉਣਾ ਹੀ ਹੈ ਕਿ ਅੰਮ੍ਰਿਤ ਵੇਲਾ ਸਾਂਭਣ ਦਾ ਲਾਭ ਕੀ ਹੈ, ਬਾਣੀ ਪੜ੍ਹਨ ਦਾ ਲਾਭ ਕੀ ਹੈ, ਕਿ ਮਨੁੱਖ ਆਪਣੇ ਸਮੇਂ ਨੂੰ ਅਜਾਈਂ ਨਹੀਂ ਗਵਾਉਂਦਾ। ਉਹ ਫਿਰ ਇਸ ਸੰਸਾਰ ਦੇ ਉੱਤੇ ਸਮਾਂ ਸੰਭਾਲ ਕੇ ਚੱਲਦਾ ਹੈ, ਤੇ ਫਿਰ ਉਹ ਪਰਮਾਤਮਾ ਉਹਦੇ ਉੱਤੇ ਰਹਿਮਤ ਕਰਦਾ ਹੈ, ਉਹਦੇ ਉੱਤੇ ਤਰੁੱਠ ਜਾਂਦਾ ਹੈ, ਕਿਉਂਕਿ ਉਹ ਬੰਦਗੀ ਕਰਦਾ ਹੋਇਆ ਕਿਰਤ ਕਰਦਾ ਹੈ। ਤੇ ਫਿਰ ਜਿਹੜਾ ਧਨ ਪ੍ਰਾਪਤ ਹੁੰਦਾ ਉਹਨੂੰ ਵੰਡ ਕੇ ਛਕਦਾ ਹੈ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਇਸ ਧਰਤੀ ਦੇ ਉੱਤੇ ਫਿਰ ਐਸੇ ਮਨੁੱਖ ਤੇ ਐਸੇ ਸੇਵਕ ਦੇ ਸਿਰ ਦੇ ਉੱਤੇ ਉਹ ਪਰਮਾਤਮਾ ਵਾਹਿਗੁਰੂ ਸਤਿਗੁਰੂ ਹੱਥ ਰੱਖ ਦਿੰਦਾ ਹੈ, ਉਹਦੇ ਅੰਦਰ ਦੇ ਮਾੜੇ ਫੁਰਨੇ ਜਿਹੜੇ ਨੇ ਉਹ ਕੱਢ ਦਿੰਦਾ ਹੈ। ਤੇ ਇਸ ਧਰਤੀ ਦੇ ਉੱਤੇ ਫਿਰ ਜਦੋਂ ਮਾੜੇ ਫੁਰਨੇ ਨਿਕਲ ਜਾਂਦੇ ਨੇ, ਉਹ ਬੰਦਗੀ ਵਿੱਚ ਜੁੜ ਜਾਂਦਾ ਹੈ। ਤੇ ਸਹਿਤ ਉੱਠੈ 9 ਨਿਧ ਪਾਈਆਂ, ਫਿਰ ਉਹ ਪਰਮਾਤਮਾ ਤਰੁੱਠ ਪਏ, ਰੀਝ ਜਾਏ, ਤੇ ਫਿਰ ਉਹ 9 ਨਿਧੀਆਂ 9 ਖਜ਼ਾਨੇ ਜਿਹੜੇ ਆਪਣੇ ਸੇਵਕ ਨੂੰ ਦੇ ਦਿੰਦਾ ਹੈ, ਕੋਈ ਟੋਟ ਨਹੀਂ ਆਉਣ ਦਿੰਦਾ। ਸੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਇਸ 18ਵੀਂ ਪੌੜੀ ਤੇ ਉਹਦੇ ਨਾਲ ਜਿਹੜਾ ਸ਼ਲੋਕ ਸੀ ਉਹਦੇ ਵਿੱਚ ਵਿਚਾਰ ਦਿੱਤੀ ਹੈ। ਸਮੁੱਚੇ ਸ਼ਲੋਕਾਂ ਤੇ ਪੌੜੀ ਦੇ ਅੰਦਰ ਇਹ ਵਿਚਾਰ ਹੈ ਕਿ ਸਤਿਗੁਰੂ ਸਭ ਤੋਂ ਉੱਚਾ ਹੈ। ਲੋਕ ਆਪਣੇ ਮਨ ਦੀ ਮਤ ਅਨੁਸਾਰ ਸੂਤਕ ਤੇ ਪਾਤਕ ਨੂੰ ਮੰਨਦੇ ਨੇ, ਪਰ
ਇਹ ਭਰਮ ਹੈ, ਇਹ ਭੁਲੇਖਾ ਹੈ। ਅਸਲ ਵਿੱਚ ਹੈ ਇਸ ਧਰਤੀ ਦੇ ਉੱਤੇ ਉਸ ਪਰਮਾਤਮਾ ਦਾ ਨਾਮ, ਜਿਸ ਨਾਮ ਦੇ ਸਦਕਾ ਇਹ ਸਾਰੀ ਸ੍ਰਿਸ਼ਟੀ ਜੰਮਦੀ ਤੇ ਮਰਦੀ ਹੈ। ਭਾਈ ਇਹ ਭਰਮ ਕੱਢ ਦਿਓ, ਸਤਿਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਉਹਦੀ ਬੰਦਗੀ ਕਰੋ। ਸੋ ਇਹਦੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਰਹਿਮਤ ਕਰੇ, ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਆਪਣੀ ਬੰਦਗੀ ਵਿੱਚ ਲਾ ਲਵੇ। ਇਹੀ ਸਤਿਗੁਰੂ ਅੱਗੇ ਅਰਦਾਸ ਹੈ। ਆਓ ਅੰਤ ਗੁਰ ਫਤਿਹ ਨਾਲ ਸਾਂਝ ਬਣਾਈ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।